सो बेटा सारे प्यार भरी सत श्री अकाल। मेरा नाम हरसिमरनदीप सिंह है और मैं सरकारी स्मार्ट हाई स्कूल नैन कलां डिस्ट्रिक्ट पटियाला विच एज अ मैथमेटिक्स टीचर काम कर रहे हैं। सो बेटा असी अज करांगे क्लास 7th का चैप्टर नंबर 12 जिसका नाम है अलजबराई व्यंजक। सो इस दे विच क्योंकि असी चैप्टर कंटिन्यू करते आ रहे हैं, अज इस दे विच असी स्टार्ट करांगे एक्सरसाइज 12.2 दे क्वेश्चंस और क्वेश्चन नंबर 1 तो असी शुरू करते हैं। क्वेश्चन की है, पहला स्टेटमेंट लिख लेने हैं, समान पदां नूं इकट्ठा करके सरल करो। तो दिता हुआ है कि समान पदां नूं इकट्ठा करके सरल करो। आप एक एग्जाम्पल के थ्रू समझते हैं कि किस तरह असी समान पदां नूं इकट्ठा करना है और उसनों असी इक्वेशन उसनों असी सोल्व करांगे। अपन दी हुई टर्म 21b - 32, पहला पार्ट है 21b - 32 प्लस 7b - 20b। हुण समान पदां नूं इकट्ठा करना है, वो किहड़े-किहड़े ने? आ देखो 21 नाल की लग्या होया है, b लग्या होया है। सब तो पहले असीं पहली टर्म देख लेंगे। पहली टर्म 21 नाल की लग्या होया है b। इस दे विच पूरी जेकर मैं रकम नूं देखदा ना तो उन्होंने b किथे-किथे नजर आ रहा है। 7 नाल भी b लग्या होया है, असीं इस दे थल्ले भी अंडरलाइन कर लेंगे और v नाल भी -v नाल भी b लग्या होया है, असीं इस थल्ले भी एक एज अंडरलाइन दा एक मार्क लगा लेंगे। तो असीं की करदे आ b वालियां टर्म्स नूं देखो इकट्ठा करांगे। b वालियां टर्म्स उनके ना समान पदां नूं इकट्ठा करके सरल करो। तो ਇਹਦੇ ਵਿੱਚ ਆ ਤਿੰਨੋਂ ਕੀ ਨੇ? ਸਮਾਨ ਪਦ ਨੇ। ਤਾਂ ਇਹਨਾਂ ਨੂੰ ਅਸੀਂ ਇੱਕ ਪਾਸੇ ਇਕੱਠਾ ਕਰਦੇ ਹਾਂ। ਤਾਂ ਅਸੀਂ ਕੀ ਕਰਦੇ ਹਾਂ 21b 7b -20b। ਜਦੋਂ ਵੀ ਇਹਨਾਂ ਨੂੰ ਅਸੀਂ ਇਕੱਠੇ ਕਰਨਾ ਹੈ ਤਾਂ ਆ ਜਿਹੜਾ ਅੱਗੇ ਸਾਈਨ ਲੱਗਿਆ ਹੋਇਆ ਹੈ ਇਹ ਇਸ ਦੇ ਨਾਲ ਆਏਗਾ। ਤਾਂ 21b 7b माइनस देखो b भी ना साइन माइनस से लगे हुआ है, a भी नाल आएगा और जेड़ा -32 है ਇਹ ਇਸ ਨੂੰ ਅਸੀਂ ਪਿੱਛੇ ਐਂਡ ਦੇ ਵਿੱਚ ਲਿਖ ਦਾਂਗੇ। ਹੁਣ ਇਸ ਨੂੰ ਅਸੀਂ ਸੋਲਵ ਕਰਨਾ ਹੈ। ਦੇਖੋ ਇਸ ਨੂੰ ਜੇਕਰ ਅਸੀਂ ਬੜੇ ਫਾਸਟ ਤਰੀਕੇ ਨਾਲ ਪਲੱਸ ਮਾਈਨਸ ਕਰ ਸਕਦੇ ਹਾਂ ਤਾਂ ਇਸ ਨੂੰ ਐਜ਼ ਇਟ ਇਜ਼ ਇੱਥੇ ਵੀ ਸੋਲਵ ਕੀਤਾ ਜਾ ਸਕਦਾ ਹੈ। ਅਦਰਵਾਈਜ਼ ਇਸ ਨੂੰ ਅਸੀਂ ਕੀ ਕਰਦੇ ਹਾਂ, ਤਿੰਨੋਂ ਟਰਮ ਜਿਹੜੀਆਂ ਨੇ ਇਹ ਸਮਾਨ ਪਦਾਂ ਦੇ ਵਿੱਚੋਂ ਇੱਕ ਚੀਜ਼ ਕਾਮਨ ਹੈ, ਇਹਦੇ ਕੋਲ ਵੀ b ਹੈ, ਇਸ ਦੇ ਕੋਲ ਵੀ b ਹੈ ਔਰ ਇਸ ਦੇ ਕੋਲ ਵੀ b ਹੈ। ਤਾਂ ਮੈਂ ਕੀ ਕਰਦਾ 21b ਥਾਂ ਤੇ ਲਿਖਦਾ 21 प्लस 7b ਦੀ ਥਾਂ ਤੇ ਲਿਖਦਾ 7 -20b ਦੀ ਥਾਂ ਤੇ ਲਿਖਦਾ -20 ਔਰ b ਜਿਹੜਾ ਹੈਗਾ ਉਸ ਨੂੰ ਬਾਹਰ ਕਾਮਨ ਕੱਢ ਲੈ। ਤਿੰਨਾਂ ਦੇ ਵਿੱਚੋਂ ਅਸੀਂ b ਅਤੇ b ਇੱਕ b ਤਿੰਨਾਂ ਚੋਂ ਅਸੀਂ ਕਾਮਨ ਕੱਢ ਲਿਆ ਔਰ ਉਸ ਨੂੰ ਬਾਹਰ ਰੱਖਤਾ। ਅੰਦਰ 21 7 -20 ਰਹਿ ਗਿਆ ਔਰ ਇਹ ਕੀ ਹੈ -32 ਐਜ਼ ਇਟ ਇਜ਼ ਲਿਖ ਦਾਂਗੇ। ਹੁਣ ਅਸੀਂ ਬ੍ਰੈਕਟ ਨੂੰ ਸੋਲਵ ਕਰਾਂਗੇ। ਬ੍ਰੈਕਟ ਨੂੰ ਸੋਲਵ ਕਰਨ ਵੇਲੇ ਅਸੀਂ ਜਿਹੜੀਆਂ ਪਲੱਸ ਵਾਲੀਆਂ ਟਰਮਸ ਹੁੰਦੀਆਂ ਨੇ ਉਹਨਾਂ ਨੂੰ ਇੱਕ ਪਾਸੇ ਇਕੱਠਾ ਕਰ ਲੈਂਦੇ ਆ ਔਰ ਮਾਈਨਸ ਵਾਲੀਆਂ ਨੂੰ ਇੱਕ ਪਾਸੇ ਇਕੱਠਾ ਕਰ ਲੈਂਦੇ ਆ। ਆ ਦੇਖੋ ਇਹ ਦੋਨੋਂ ਪਲੱਸ ਵਾਲੀਆਂ ਨੇ 21 7 ਇਹ ਕੀ ਹੁੰਦਾ ਹੈ 28 ਔਰ ਇਹ ਕੀ ਹੈ -20 ਬ੍ਰੈਕਟ ਕਲੋਜ਼ b -32। ਤਾਂ ਹੁਣ 28 -20 28 -20 ਇਹ ਕਿੰਨਾ ਹੋਇਆ? 28 ਚੋਂ 20 ਘਟਾ ਦੇ ਇਹ ਬਣਿਆ 8। देखो 28 प्लस ਦਾ ਸੀ ਔਰ 20 ਕਿਸ ਦਾ ਮਾਈਨਸ ਦਾ। ਸਾਨੂੰ ਪਤਾ ਹੈ ਕਿ ਜਦੋਂ ਇੱਕ ਟਰਮ ਪਲੱਸ ਦੀ ਹੋਵੇ ਔਰ ਇੱਕ ਟਰਮ ਮਾਈਨਸ ਦੀ ਹੋਵੇ ਤਾਂ ਅਸੀਂ ਕੀ ਕਰਦੇ ਹੁੰਦੇ ਆ, ਵੱਡੀ ਟਰਮ ਦੇ ਵਿੱਚੋਂ ਛੋਟੀ ਟਰਮ ਘਟਾ ਦਿੰਦੇ ਹੁੰਦੇ ਆ। ਔਰ ਵੱਡੀ ਟਰਮ ਕਿਹੜੀ ਹੈ 28, ਛੋਟੀ ਟਰਮ ਕੀ ਹੈ 20। 28 ਚੋਂ 20 ਘਟਾਇਆ ਕਿੰਨਾ ਆਇਆ 8 ਔਰ ਸਾਈਨ ਕਿਹਦਾ ਲੱਗਦਾ ਹੁੰਦਾ ਹੈ? ਜਿਹੜਾ ਸਾਈਨ ਵੱਡੀ ਟਰਮ ਅੱਗੇ ਲੱਗਿਆ ਹੁੰਦਾ। ਇੱਥੇ ਲੱਗੇਗਾ +8 ਜਾਂ ਸਿੰਪਲ 8 ਮਾਈਨਸ सॉरी 8 ਦੇ ਨਾਲ ਬਾਹਰ ਬ੍ਰੈਕਟ ਚ ਕੀ ਹੈ, ਬ੍ਰੈਕਟ ਦੇ ਬਾਹਰ b ਲੱਗਿਆ ਹੋਇਆ ਤਾਂ -32। ਤਾਂ ਅਸੀਂ ਇਸ ਨੂੰ ਲਿਖਾਂਗੇ 8b -32। ਹੁਣ ਇਸ ਚੀਜ਼ ਤੋਂ ਤੁਸੀਂ ਇੱਕ ਚੀਜ਼ ਸਮਝਣ ਦੀ ਕੋਸ਼ਿਸ਼ ਕਰੋ ਕਿ ਜਦੋਂ ਅਸੀਂ ਸਾਰਿਆਂ ਨੂੰ ਸੋਲਵ ਕੀਤਾ ਤਾਂ ਇਹ ਬਣਿਆ 8b -32। ਤਾਂ ਇਟ ਮੀਨਸ ਜੇਕਰ ਮੈਂ ਇਸ ਸਟੈਪ ਨੂੰ ਇੱਥੋਂ ਦੇਖਾਂ 21b 7b 28b 28b -20b 28b ਚੋਂ 20 भी घटाया 8b देखो 8b आ गया -32 जेकर ਤੁਹਾਨੂੰ ਸਿੰਪਲ ਇਹ ਪਤਾ ਹੈ ਕਿ ਜੇਕਰ ਅਸੀਂ 4b + 5b + 6b
ये सारा कुछ जोड़ते हैं तो आएगा कि 4 + 5 9 9 ਤੇ 6 15 15 b ਤਾਂ ਇਹ ਸਿੰਪਲ ਇੱਕ ਮੈਥਡ ਹੈ ਕਿ ਸਾਨੂੰ ਹਰ ਵਾਰੀ b ਬਾਰ ਕਾਮਨ ਕੱਢਣ ਦੀ ਲੋੜ ਨਹੀਂ ਹੈ ਅਸੀਂ b ਵਾਲੀਆਂ ਟਰਮਸ ਨੂੰ ਆਪਸ ਦੇ ਵਿੱਚ ਜੋੜ ਸਕਦੇ ਹਾਂ ਤੇ ਆਪਸ ਦੇ ਵਿੱਚ ਹੀ ਘਟਾ ਸਕਦੇ ਹਾਂ ਸਿੰਪਲ ਤਰੀਕੇ ਨਾਲ ਔਰ ਉਸ ਨੂੰ ਅਸੀਂ ਐਂਡ ਤੇ ਐਜ਼ ਐਨ ਆਨਸਰ ਲਿਖ ਸਕਦੇ ਹਾਂ ਮਾਈਨਸ ਉਹ ਬਾਕੀ ਜੋ ਟਰਮ ਆਪਣੇ ਆਪਾਂ ਉਸ ਨੂੰ ਨਾਲ ਲਗਾ ਸਕਦੇ ਹਾਂ ਇੱਕ ਤੁਹਾਨੂੰ ਹੋਰ ਐਗਜ਼ਾਮਪਲ ਦੇ ਕੇ ਕਲੀਅਰ ਕਰਦਾ देखो सेकंड पार्ट है माइनस जेड स्क्वेयर प्लस 13 स्क्वेयर माइनस 5z प्लस 7 z³ माइनस 15z ਹੁਣ ਇਸ ਕੁਐਸਚਨ ਨੂੰ ਅਸੀਂ ਸੋਲਵ ਕਰਨਾ ਹੈ ਔਰ ਸਭ ਤੋਂ ਪਹਿਲਾਂ ਦੇਖੋ ਕਰਨਾ ਕੀ ਹੈ ਸਮਾਨ ਪਦਾਂ ਨੂੰ ਇਕੱਠਾ ਕਰਨਾ ਹੈ ਸਭ ਤੋਂ ਪਹਿਲਾਂ ਫਿਰ ਅਸੀਂ ਕੀ ਕਰਾਂਗੇ ਸਰਲ ਕਰਾਂਗੇ ਤਾਂ ਦੇਖੋ ਸਭ ਤੋਂ ਪਹਿਲੀ ਟਰਮ ਕੀ ਹੈ z² ਮਾਈਨਸ z² ਤਾਂ z ਦੇ ਉੱਪਰ ਸਕੁਅਰ ਲੱਗਿਆ ਹੋਇਆ ਹੈ ਤਾਂ ਇਸ ਨੂੰ ਐਸੀ ਟਰਮ ਕੋਈ ਹੋਰ ਹੈ ਆਪਣੇ ਕੋਲੇ z ਦੇ ਉੱਪਰ ਸਕੁਅਰ ਲੱਗਿਆ ਹੋਇਆ ਆ ਬਿਲਕੁਲ ਨਾਮ ਨਹੀਂ ਤਾਂ ਇਹ z² ਵਾਲੀਆਂ ਦੋ ਟਰਮਸ ਹੈ ਇਸ ਤੋਂ ਇਲਾਵਾ कोई होर टर्म ਆਪਾਂ ਨੂੰ z ਦੀ ਪਾਵਰ 2 ਵਾਲੀ ਨਜ਼ਰ ਆ ਰਹੀ ਹੈ ਕੋਈ ਵੀ ਨਹੀਂ ਹੈ ਤਾਂ ਇਟ ਮੀਨਸ ਇਹ ਦੋਨੋਂ ਕੀ ਨੇ ਸਮਾਨ ਪਦ ਨੇ ਉਸ ਤੋਂ ਬਾਅਦ ਅਗਲੀ ਟਰਮ ਕੀ ਹੈ -5z ਇਹ ਕਿਹੜੀ ਟਰਮ ਹੈ z ਵਾਲੀ ਟਰਮ ਹੈ ਇਸ ਨੂੰ ਮੈਂ ਐਵੇਂ ਲਿਖਣਾ ਮਾਈਨਸ ਐਸੀ ਕੋਈ ਹੋਰ ਟਰਮ -15z ਇਹ ਪਈ ਹੈ ਇਹ ਦੋਨੋਂ ਕੀ ਨੇ ਸਮਾਨ ਪਦ ਨੇ ਤਾਂ ਇਹਨਾਂ ਨੂੰ ਅਸੀਂ ਕੀ ਕਰਾਂਗੇ ਇਕੱਠਾ ਕਰਾਂਗੇ ਦੇਖੋ ਆ ਦੋਨੋਂ ਨੂੰ ਇੱਕ ਪਾਸੇ ਇਕੱਠਾ ਕਰਾਂਗੇ ਇਹ ਦੋਨੋਂ ਨੂੰ ਉਸ ਤੋਂ ਬਾਅਦ ਇਕੱਠਾ ਕਰਾਂਗੇ ਔਰ ਇਸ ਨੂੰ ਅਲੱਗ ਤੋਂ ਲਿਖ ਦਾਂਗੇ ਮੈਂ ਤੁਹਾਨੂੰ ਕਰਕੇ ਦਿਖਾਣਾ -z² plus 13z² ਇਹ ਐਜ਼ ਇਟ ਇਜ਼ ਲਿਖ ਲੈ ਹੁਣ ਫਿਰ -5z ਆ ਵਾਲਾ ਜਿਹੜਾ z ਵਾਲੀ ਟਰਮ ਹੈ ਇਹਨੂੰ ਮੈਂ ਇੱਥੇ ਲੈ ਆਣਾ -15z और बचा की +7z की पावर 3 ਇਹਨਾਂ ਨੂੰ ਅਸੀਂ ਹੁਣ ਸੋਲਵ ਕਰਾਂਗੇ ਦੇਖੋ ਇਹੀ ਦੋ ਇਕੱਠੇ ਹੋ ਸਕਦੇ ਆਪਸ ਵਿੱਚ ਇਹ ਦੋ ਆਪਸ ਵਿੱਚ ਇਕੱਠੇ ਹੋ ਸਕਦੇ ਕਿਉਂਕਿ ਇਹ ਕੀ ਨੇ ਇਹ ਸਮਾਨ ਪਦ ਨੇ ਤੇ ਆਪਸ ਵਿੱਚ ਇਹਨਾਂ ਨੂੰ ਇਕੱਠੇ ਕਰੂੰਗਾ ਹੁਣ ਮੈਂ ਔਰ ਇਹਨਾਂ ਨੂੰ ਸੋਲਵ ਕਰੂੰਗਾ ਔਰ ਇਹ ਇਕੱਲਾ ਹੈ ਇਹ ਅਲੱਗ ਤੋਂ ਪਿਆਰ ਜੇਗਾ ਆਪਣੇ ਕੋਲੇ ਤਾਂ -z² plus 13z² -z² plus 13z² -z² ਦਾ ਮਤਲਬ ਹੁੰਦਾ ਹੈ ਕਿ -1z² ਜੇਕਰ ਤੁਸੀਂ ਧਿਆਨ ਨਾਲ ਦੇਖੋ z ਨਾਲ ਕੁਝ ਨਹੀਂ ਲੱਗਿਆ ਹੋਇਆ ਦੇਖੋ ਇੱਥੇ z² ਨਾਲ 13 ਲੱਗਿਆ ਹੋਇਆ ਹੈ ਇੱਥੇ z² ਨਾਲ ਸਿਰਫ ਮਾਈਨਸ ਲੱਗਿਆ ਹੋਇਆ ਤਾਂ ਮਾਈਨਸ ਦਾ ਮਤਲਬ -1 ਤਾਂ ਹੁਣ ਦੇਖੋ -1z² plus 13z² ਇਸ ਨੂੰ ਅਸੀਂ ਸੋਲਵ ਕਰਦੇ ਹਾਂ ਤਾਂ ਦੋਨਾਂ ਦੇ ਵਿੱਚ ਕਿਹੜੀ ਚੀਜ਼ ਕਾਮਨ ਹੈ z² ਇਸ ਨੂੰ ਮੈਂ ਬਾਹਰ ਰੱਖ ਲੈਣਾ ਆ ਵਾਲਾ z² ਇਹਦੇ ਕੋਲੇ ਹੈ और ये वाला z² ਇਹਦੇ ਕੋਲੇ ਹੈ ਇਹ z² ਨੂੰ ਮੈਂ ਬਾਹਰ ਦੋਨਾਂ ਦਾ ਕਾਮਨ ਰੱਖ ਲਿਆ ਅੰਦਰ ਕੀ ਬਚਿਆ -1 plus 13 -1 plus 13z² आई थिंक क्लियर हो गया होगा ਉਸ ਤੋਂ ਬਾਅਦ ਦੇਖੋ -5z -15z ਦੋਨਾਂ ਕੋਲੇ ਦੋਨੋਂ ਟਰਮਸ ਮਾਈਨਸ ਦੀਆਂ ਨੇ ਤਾਂ ਇਸ ਚੋਂ ਵੀ ਮਾਈਨਸ ਤੇ ਇਸ ਚੋਂ ਵੀ ਮਾਈਨਸ ਮੈਂ ਕੀ ਕੀਤਾ ਬਾਹਰ ਕਾਮਨ ਕੱਢ ਲੈਣਾ ਤਾਂ ਬ੍ਰੈਕਟ ਚ ਕੀ ਬਚਿਆ ਇਹਦੇ ਕੋਲ ਵੀ z ਹੈ ਔਰ ਇਹਦੇ ਕੋਲ ਵੀ z ਹੈ ਇਹ ਵੀ ਮੈਂ ਬਾਹਰ ਕਾਮਨ ਕੱਢ ਦਿੱਤਾ ਤਾਂ ਇਹ ਕੀ ਬਣਿਆ 5 ਹੁਣ ਕਿਉਂਕਿ ਆਹ ਮਾਈਨਸ ਤੇ ਆਹ ਮਾਈਨਸ ਕਾਮਨ ਨਿਕਲ ਗਏ ਤਾਂ ਜਦੋਂ ਮਾਈਨਸ ਬਾਹਰ ਆ ਗਿਆ ਤਾਂ ਅੰਦਰ ਬਚਿਆ ਪਲੱਸ ਮਾਈਨਸ ਬਾਹਰ ਆ ਗਿਆ ਤਾਂ ਅੰਦਰ ਬਚਿਆ ਪਲੱਸ ਤੇ ਇਹ ਆਇਆ z ਬਾਹਰ ਕਾਮਨ ਦੋਨਾਂ ਦਾ ਪਲੱਸ 7z आई थिंक ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਅਦਰਵਾਈਜ਼ ਇਸ ਸਟੈਪ ਨੂੰ ਮੈਂ ਇੱਕ ਹੋਰ ਮੈਥਡ ਨਾਲ ਵੀ ਤੁਹਾਨੂੰ ਕਰਕੇ ਦਿਖਾ ਦੂੰਗਾ ਇਸ ਨੂੰ ਕੰਪਲੀਟ ਕਰਨ ਤੋਂ ਬਾਅਦ ਤਾਂ -1 plus 13 ਦੇਖੋ ਇੱਕ ਮਾਈਨਸ ਦੀ ਟਰਮ ਹੈ ਇੱਕ ਪਲੱਸ ਦੀ ਟਰਮ ਹੈ ਜਦੋਂ ਇੱਕ ਟਰਮ ਮਾਈਨਸ ਦੀ ਹੋਵੇ ਇੱਕ ਟਰਮ ਪਲੱਸ ਦੀ ਹੋਵੇ ਤਾਂ ਆਪਸ ਕੀ ਹੁੰਦੇ ਨੇ ਇਹ ਕੱਟ ਜਾਂਦੇ ਨੇ ਔਰ ਅਸੀਂ ਵੱਡੀ ਟਰਮ ਦੇ ਵਿੱਚੋਂ ਹਮੇਸ਼ਾ ਛੋਟੀ ਟਰਮ ਨੂੰ ਮਾਈਨਸ ਕਰਦੇ ਹੁੰਦੇ ਆ ਤਾਂ 13 ਵੱਡੀ ਟਰਮ ਹੈ ਔਰ ਛੋਟੀ ਟਰਮ 1 ਹੈ ਤਾਂ 13 ਚੋਂ 1 ਘਟਾਇਆ 12 और साइन किधर लगूगा प्लस का
ਤਾਂ 12 ਨਾਲ ਕੀ ਲੱਗੇਗਾ z ਦੀ ਪਾਵਰ 2। ਐਵੇਂ ਹੀ ਆ ਮਾਈਨਸ ਦੀ ਥਾਂ ਤੇ ਮੈਂ ਕੀ ਲਿਖੂੰਗਾ ਮਾਈਨਸ 5 + 15 ਇਹ ਕੀ ਹੁੰਦੇ 20 दोनों प्लस दे आपस में जुड़ गए 5 + 15 भी z प्लस 7z क्यूब 7z क्यूब। मैं ब्रैकेट खोल दूंगा इसके बाद 12z² - 20z प्लस 7z क्यूब। ਤਾਂ ਇਹ ਆਪਣਾ ਆਨਸਰ ਆ ਗਿਆ। और इसको ਅਸੀਂ ਹੋਰ ਜੇ मतलब एक अच्छी फॉर्म ਚ ਲਿਖਣਾ चाहिए ਤਾਂ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ z क्यूब वाला ਉਸ ਤੋਂ ਬਾਅਦ प्लस 12z² वाला उस तो बाद z वाला ਅਸੀਂ ਇਸ ਨੂੰ ਐਜ਼ ਇਟ ਇਜ਼ ਇਹ ਵੀ ਆਨਸਰ ਲਿਖ ਸਕਦੇ ਹਾਂ। ਅਦਰਵਾਈਜ਼ ਤੁਸੀਂ ਇੱਥੇ ਵੀ ਤੱਕ ਵੀ ਸੋਲਵ ਕਰਕੇ ਆ ਜਾਓਗੇ ਤਾਂ ਇਹ ਤੁਹਾਨੂੰ ਫੁੱਲ ਮਾਰਕਸ ਦੇਗਾ। ਤਾਂ ਹੁਣ ਇੱਥੇ ਕਈ ਵਾਰੀ ਪ੍ਰੋਬਲਮ ਇਹ ਆਉਂਦੀ ਹੈ ਕਿ ਬੱਚੇ ਕਈ ਵਾਰ ਕਨਫਿਊਜ਼ ਹੋ ਜਾਂਦੇ ਨੇ। ਤਾਂ ਇੱਥੇ ਅਸੀਂ ਦੋਨਾਂ ਚੀਜ਼ ਕੀਤਾ z² ਕਾਮਨ ਕੱਢਿਆ ਸੀ, ਇਸ ਵਿੱਚ z ਕਾਮਨ ਕੱਢਿਆ ਸੀ। ਜੇਕਰ ਅਸੀਂ ਇਹ ਕਾਮਨ ਨਾ ਕੱਢੀਏ ਫਿਰ ਅਸੀਂ ਇਸ ਕੁਐਸਚਨ ਨੂੰ ਕਿਵੇਂ ਸੋਲਵ ਕਰ ਸਕਦੇ ਹਾਂ। ਹੁਣ ਆਪਾਂ ਉਹ ਵਾਲੀ ਚੀਜ਼ ਦੇਖਦੇ ਹਾਂ। ਤਾਂ ਮੈਂ ਕੀ ਕਰਦਾ नीचों दी इस क्वेश्चन को मिटा देना और इसमें तो दोबारा सोल्व करके दिखाऊंगा किस फॉर्म दे विच होर ज्यादा सिंपल फॉर्म दे विच। तो देखो -1z² + 13z²। मैं तुहानू पहला करवाया सी कि जदों 4b ते 5b ये दो टर्म्स ने आपस इकट्ठियां होंदियां ते बन जांदे ने 9b जुड़ जांदियां ने। इसी तरह हुण आपां ये देखते हैं कि अपने कोल एक टर्म हैगी -1z², एक टर्म हैगी 3 + 13z²। इन्हां दा आपस की बनेगा -1z² + 13z²। देखो एक प्लस दा एक माइनस दा आपस की होणगे माइनस। बड़े जो मैं छोटा घटाऊंगा 13 चो 1 घटाया ये आया 12। 12 नाल ਅਸੀਂ ਕੀ ਲਗਾਵਾਂਗੇ z²। बड़ा सिंपल है। 12 नाल ਅਸੀਂ ਲਗਾਤਾ z²। ਐਵੇਂ देखो -5z - 15z ਜਦੋਂ ਦੋ ਟਰਮਸ ਮਾਈਨਸ ਦੀਆਂ ਹੋਣ साइन देखो इको जे साइन है दो टर्म्स दे साइन जो इको ਜਿਹੇ ਹੋਣ ਤਾਂ ਉਹ ਆਪਸ ਇਕੱਠੇ ਹੋ ਜਾਂਦੇ ਨੇ और साइन ਕਿਹੜਾ ਲੱਗਦਾ ਹੈ ਜਿਹੜਾ ਦੋਨਾਂ ਦੇ ਕੇ ਕਾਮਨ ਸਾਈਨ ਹੈ। ਇਹ ਬਣਦਾ ਹੈ -20। ਜੇ -5 ਤੇ -15 ਆਪਸ ਜਦੋਂ ਜੁੜਦੇ ਨੇ ਤਾਂ ਬਣਦਾ -20। ਐਵੇਂ -5z ਤੇ -15z ਜਦੋਂ ਆਪਸ ਜੁੜਨਗੇ ਤਾਂ ਇਹ ਬਣੇਗਾ -20z प्लस 7z का क्यूब। ये अपना आ गया आंसर। बट इस टाइप ਨੂੰ ਇਸ ਤਰ੍ਹਾਂ ਤੁਸੀਂ ਤਾਂ ਅਟੈਂਪਟ ਕਰਿਓ ਇਸ ਕੁਐਸਚਨ ਨੂੰ ਜੇਕਰ ਤੁਸੀਂ ਕੌਨਫੀਡੈਂਟ ਹੋ ਕਿ ਹਾਂ ਮੈਂ ਮਾਈਨਸ ਔਰ ਪਲੱਸ ਦੇ ਜਿਹੜੇ ਕੁਐਸਚਨ ਤੁਹਾਨੂੰ ਪ੍ਰੋਪਰਲੀ ਸੋਲਵ ਕਰਨੇ ਆਉਂਦੇ ਆ। ਅਦਰਵਾਈਜ਼ ਸ਼ਾਰਟਕਟ ਮੈਥਡ ਦੇ ਨਾਲ ਇਹਨਾਂ ਕੁਐਸਚਨਸ ਨੂੰ ਕਰਨ ਦੀ ਕੋਸ਼ਿਸ਼ ਨਾ ਕਰਿਓ। ਨੈਕਸਟ ਆਪਾਂ ਅਗਲਾ ਪਾਰਟ ਕਰਦੇ ਹਾਂ। थर्ड पार्ट है p माइनस ब्रैकेट p माइनस q माइनस q माइनस p। ਹੁਣ ਇੱਥੇ ਕਰਨਾ ਕੀ ਅਸੀਂ ਸਮਾਨ ਪਦਾਂ ਨੂੰ ਇਕੱਠਾ ਕਰਨਾ ਹੈ। p ਵਰਗਾ ਕੋਈ ਹੋਰ ਹੈ ਜੇਕਰ ਧਿਆਨ ਨਾਲ ਆਪਾਂ ਪਹਿਲੇ ਸਟੈਪ ਤੋਂ ਦੇਖੀਏ p वर्गा सानू एक ब्रैकेट दे अंदर नजर आ जबकि a वाली टर्म की है p - q है तो ऐसा नहीं है और ना ही a p है ना ही a। सब तो पहला सानू काम की करना पड़ेगा इसको थोड़ा सिंपल फॉर्म च लिखांगे ता इस क्वेश्चन ਨੂੰ ਵੀ ਕੰਟੀਨਿਊ ਕਰ ਪਾਵਾਂਗੇ। ਅਦਰਵਾਈਜ਼ ਸਾਨੂੰ ਇਹਦੇ ਵਿੱਚੋਂ ਸਮਾਨ ਪਦ ਲੱਭਣੇ ਔਖੇ ਹੋ ਜਾਣਗੇ। ਤਾਂ ਅਸੀਂ ਕੀ ਕਰਾਂਗੇ ਪਹਿਲਾਂ ਇਸ ਨੂੰ ਸੋਲਵ ਕਰਦੇ ਹਾਂ। ਤਾਂ p ਦੇਖੋ ਮਾਈਨਸ ਹੈ ब्रैकेट के बाहर माइनस है ਤਾਂ ਇਹ ਮਾਈਨਸ ਅੰਦਰ ਗੁਣਾ ਹੁੰਦਾ ਹੈ ਤਾਂ ਮਾਈਨਸ ਗੁਣਾ p ਇਹ ਬਣ ਗਿਆ -p। माइनस गुना माइनस प्लस क्यू ਜਦੋਂ ਵੀ ਕਿਸੇ ਬ੍ਰੈਕਟ ਦੇ ਬਾਹਰ ਮੰਨ ਲਓ 2 + 4 -7 + 3 ਕੁਝ ਇਸ ਤਰ੍ਹਾਂ ਲਿਖਣਾ ਬਾਹਰ ਲਿਖਣਾ ਮਾਈਨਸ ਤਾਂ ਅੰਦਰ ਵਾਲੇ ਜਿਹੜੇ ਸਾਈਨ ਨੇ ਜਦੋਂ ਬ੍ਰੈਕਟ ਖੁੱਲਦੇ ਸਾਈਨ ਚੇਂਜ ਹੋ ਜਾਂਦੇ ਨੇ ਤਾਂ ਆਪਾਂ ਲਿਖਦੇ ਹੁੰਦੇ ਆ -2 ਆ +2 ਸੀ ਇਹ -2 ਬਣ ਗਿਆ ਆ +4 ਸੀ ਇਹ -4 ਬਣ ਗਿਆ ਇਹ -7 ਸੀ ਇਹ +7 ਬਣ ਗਿਆ और +3 ਸੀ ਇਹ -3 ਬ੍ਰੈਕਟ ਖੁੱਲਣ ਤੋਂ ਬਾਅਦ ਇਸ ਤਰ੍ਹਾਂ ਦਾ ਅਸੀਂ ਲਿਖ ਦਿੰਦੇ ਆ। इसी तरह हम इत्थे देखो बाहर माइनस लग्या हुआ है माइनस गुणा p माइनस p माइनस गुणा माइनस q प्लस q एवं ए एज इट इज माइनस q माइनस गुणा q माइनस q अब q प्लस ਦਾ ਸੀ ਬਾਹਰੋਂ ਮਾਈਨਸ ਆਇਆ ਮਾਈਨਸ ਲੱਗ ਗਿਆ अब p माइनस ਦਾ ਸੀ ਬਾਹਰੋਂ ਮਾਈਨਸ ਆ ਕੇ ਮਲਟੀਪਲਾਈ ਹੋ ਗਿਆ माइनस गुणा माइनस प्लस बन गया
p ਅਸੀਂ ਸੋਲਵ ਕੀਤਾ ਔਰ ਇਸ ਅਕੋਰਡਿੰਗ ਸਾਡੇ ਕੋਲੇ ਇਹ 6 ਆਪਣੇ ਕੋਲੇ ਡਿਫਰੈਂਟ ਟਰਮਸ ਆ ਗਈਆਂ। ਹੁਣ ਅਸੀਂ ਸਮਾਨ ਪਦਾਂ ਨੂੰ ਇਕੱਠੇ ਕਰਾਂਗੇ। ਹੁਣ ਕੀ ਕਰਾਂਗੇ ਅਸੀਂ p ਵਾਲੀਆਂ ਇੱਕ ਪਾਸੇ q ਵਾਲੀਆਂ ਇੱਕ ਪਾਸੇ। ਦੇਖੋ p ਮਾਈਨਸ p ਆ ਪਲਸ p ਅੱਗੇ ਲੈ ਆਉਂਗਾ ਮੈਂ, ਫਿਰ q ਵਾਲੀਆਂ ਪਲਸ q ਮਾਈਨਸ q ਮਾਈਨस q प्लस q माइनस q माइनस q आ p प्लस है आ p माइनस है आ प्लस वाला p ते माइनस वाला p आपस में कटिंग होगी। एम ही आ प्लस q है यह माइनस q है तो ये आपस दे विच खत्म हो गए। तो ये बचा p प्लस p और इत्थे की बचा माइनस q। ये साडा की आ गया आंसर प्लस p माइनस q। सो आई थिंक ये क्वेश्चन ਤੁਹਾਨੂੰ क्लियर हो गया। सब तो पहला ਅਸੀਂ ਕੀ ਕੀਤਾ ਇਸ क्वेश्चन ਦੇ ਵਿੱਚ ਅਸੀਂ ਬ੍ਰੈਕਟ ਓਪਨ ਕੀਤੀ ਸੀ ਔਰ ਬ੍ਰੈਕਟ ਓਪਨ ਕਰਨ ਤੋਂ ਬਾਅਦ ਇਹ ਸਾਈਨ ਚੇਂਜ ਕਰਨ ਤੋਂ ਬਾਅਦ ਅਸੀਂ ਸਾਰਾ ਕੁਝ ਬਾਹਰ ਲੈ ਆਏ ਸੀ ਔਰ ਦੈਨ ਅਸੀਂ ਕੀ ਕੀਤਾ ਇਹ ਜਿਹੜੀਆਂ ਸਮਾਨ ਪਦ ਨੇ ਇਹਨਾਂ ਨੂੰ ਇੱਕ ਪਾਸੇ ਇਕੱਠਾ ਕੀਤਾ ਔਰ ਉਹਨੂੰ ਆਪਸ ਵਿੱਚ ਸੋਲਵ ਕੀਤਾ। p ਵਾਲੇ ਆਪਸ ਵਿੱਚ ਸੋਲਵ ਕੀਤੇ q ਵਾਲੇ ਆਪਸ ਵਿੱਚ ਸੋਲਵ ਕੀਤੇ ਔਰ ਨੀਚੇ ਅਸੀਂ ਕੀ ਕੀਤਾ ਦੋਨਾਂ ਦਾ ਆਨਸਰ ਲਿਖ ਦਿੱਤਾ। ਸੋ ਨੈਕਸਟ ਅਸੀਂ ਇਸ ਤੋਂ ਅਗਲਾ ਪਾਰਟ ਕਰਦੇ ਹਾਂ। थ्री ए माइनस टू बी माइनस ए बी 3a माइनस 2b माइनस ए बी माइनस ब्रैकेट a माइनस b प्लस ए बी प्लस 3ab प्लस b माइनस a। सो ये बनया साडे कोले। इसनूं असीं हुण सोल्व करना है, समान पदां नूं इकट्ठे करना है। किवें करांगे? सब तो पहला स्टेप असीं की करांगे ब्रैकेट ओपन करांगे। उस तो बाद असीं देखदे हां कि किहड़े पदां नूं किस साइड ते असीं इकट्ठा करदे हां। सब तो पहला काम आह ब्रैकेट नूं असीं विचों एलिमिनेट करदे खत्म करदे। 3a माइनस बाकी सारा कुछ मैं एज इट इज लिख रहा। आ बार माइनस लग्या हुआ है तो अंदर की है हरेक टर्म दा साइन जो है वो बदल जाएगा। a नाल प्लस है तो इत्थे की आ जाएगा माइनस a बन जाएगा। b नाल माइनस है तो b की बन जाएगा प्लस था। ab नाल प्लस है तो a की बन जाएगा माइनस था। देन प्लस 3ab प्लस b माइनस a। सिंपल, कुछ नहीं किया, तीनों टर्म्स नु मैं एज इट इज रखता। a प्लस था सी लेके माइनस लग गया, b माइनस सी लेके प्लस लग गया और ab प्लस था सी लेके माइनस लग गया क्योंकि बाहर माइनस या ਅਸੀਂ ਸਾਈਨ ਇਹਨਾਂ ਦੇ ਚੇਂਜ ਕਰਤੇ। देन आह ਜਿਹੜੀਆਂ ਟਰਮਸ ਨੇ ਇਹਨਾਂ ਨੂੰ ਮੈਂ ਐਜ਼ ਇਟ ਇਜ਼ ਦੁਬਾਰਾ ਤੋਂ ਰੱਖਤਾ। ਹੁਣ ਅਸੀਂ ਕੀ ਕਰਨਾ ਹੈ ਜਿਹੜੀਆਂ ਸੇਮ ਟਰਮਸ ਨੇ ਉਹਨਾਂ ਨੂੰ ਅਸੀਂ ਇਕੱਠਾ ਕਰਨਾ। ਦੇਖੋ 3a ਪਹਿਲੀ ਤੋਂ ਸਟਾਰਟ ਕਰਦੇ ਹੁੰਦੇ ਆ। 3 ਨਾਲ ਕੀ ਲੱਗਿਆ ਹੋਇਆ a। a ਵਾਲੀ ਕੋਈ ਹੋਰ ਟਰਮ ਨਜ਼ਰ ਆ ਰਹੀ ਹੈ? a ਆ ਮਾਈਨਸ a। ਮਾਈਨਸ a ਦਾ ਮਤਲਬ ਹੁੰਦਾ ਹੈ ਮਾਈਨਸ 1a। देन ਹੋਰ ਆਪਾਂ ਨੂੰ ਕੋਈ a ਵਾਲੀ ਟਰਮ ਨਜ਼ਰ ਆ ਰਹੀ ਹੈ? ਇਕੱਲਾ a ਹੋਵੇ ਜੀ। ab 3ab b और a है माइनस a। दिस इज माइनस a। तो इन्हां नूं ਅਸੀਂ ਪਹਿਲਾਂ ਕੀ ਕਰਦੇ ਹਾਂ ਇਕੱਠਾ ਇੱਕ ਸਾਈਡ ਤੇ ਸ਼ੁਰੂ ਕਰਦੇ ਹਾਂ ਲਿਖਣਾ। 3a ਦੀ ਜਗ੍ਹਾ ਤੇ ਮੈਂ ਲਿਖੂੰਗਾ 3a माइनस a ਇੱਧਰ ਆ ਗਿਆ ਬਣ ਗਿਆ ਐਜ਼ ਇਟ ਇਜ਼ ਮਾਈਨਸ a। ਸਾਈਨ ਜ਼ਰੂਰ ਨਾਲ ਲੈ ਕੇ ਆਣਾ ਮਾਈਨਸ a। ਆ ਵਾਲਾ ਵੀ ਮਾਈਨਸ a ਇੱਧਰ ਆਇਆ। ਉਸ ਤੋਂ ਬਾਅਦ ਹੁਣ ਕਿਹੜੀ ਟਰਮ ਹੈ माइनस 2b। देखो मैं थोड़ा जिहा नीचे निशान बदलता सो दैट सानू कंफ्यूजन ना होवे और जिवें जिवें ਅਸੀਂ ਟਰਮਸ ਇੱਧਰ ਲੈ ਕੇ ਆਈ ਜਾ ਰਹੇ ਹਾਂ ਉਹਨਾਂ ਥੱਲੇ ਅਸੀਂ ਅੰਡਰਲਾਈਨ ਜਾਂ ਕੋਈ ਐਸਾ ਨਿਸ਼ਾਨ ਲਗਾਈ ਚੱਲੀਏ ਸੋ दैट ਸਾਨੂੰ ਪਤਾ ਹੋਵੇ ਕਿ ਅਸੀਂ ਜਿੰਨੀਆਂ ਸਾਡੇ ਕੋਲੇ ਟਰਮਸ ਆਈਆਂ ਸੀ ਉਨੀਆਂ ਟਰਮਸ ਅਸੀਂ ਇਕੱਠੀਆਂ ਕਰਨੀਆਂ ਜਾਂ ਨਹੀਂ ਕਰਨੀਆਂ। ਕਈ ਵਾਰ ਅਸੀਂ ਸਾਈਨ ਨਹੀਂ ਲਗਾਉਂਦੇ ਨੀਚੇ ਔਰ ਅਸੀਂ ਭਲੇਖੇ ਦੇ ਨਾਲ ਜਿਵੇਂ 9 ਟਰਮਸ ਲਿਖੀਆਂ ਹੋਈਆਂ ਨੇ 9 ਚੋਂ ਅਸੀਂ 8 ਲੈ ਆਨੇ ਇੱਕ ਅੱਧੀ ਰਹਿ ਜਾਂਦੀ ਹੈ ਉਹ ਪੇਪਰ ਸਾਡਾ ਕੁਐਸਚਨ ਕੀ ਹੁੰਦਾ ਹੈ ਗਲਤ ਹੋ ਜਾਂਦਾ ਹੈ। ਸੋ ਨੀਚੇ ਨਿਸ਼ਾਨ ਜ਼ਰੂਰ ਲਗਾਈ ਜਾਓ ਜਿਹੜੀ ਟਰਮ ਤੁਸੀਂ ਇਕੱਠੀਆਂ ਕਰ ਰਹੇ ਹੋ। ਹੁਣ ਦੇਖੋ -2b ਇਹ b ਲੱਗਿਆ ਇਸ ਦੇ ਨਾਲ b ਨਾਲ b ਲੱਗਿਆ ਕੋਈ ਹੋਰ ਟਰਮ प्लस b। देखो बच्चे कई बार कंफ्यूजन की खाते ने -a नाल भी b लग्या हुआ है -2 नाल भी b लग्या हुआ है -a नाल भी b लग्या हुआ है बट ये दोनों टर्म्स ਜਿਹੜੀਆਂ ਨੇ ਇਹ समान नहीं हैगियां। ਇਹ ਇੱਕ सिर्फ ਤੇ सिर्फ ਕੱਲਾ b ਨਾਲ ਕੀ ਲੱਗਿਆ ਹੋਇਆ ਹੈ एक कांस्टेंट लग्या हुआ है जिन्हों ਅਸੀਂ ਕਹਿੰਦੇ -2। ऐसा ही b आइदर ਨਾਲ 1 ਲੱਗਿਆ ਹੋਇਆ 7 ਲੱਗਿਆ ਹੋਇਆ 10 ਲੱਗਿਆ ਹੋਇਆ 15 ਲੱਗਿਆ ਹੋਇਆ ਉਹ ਲੈ ਕੇ ਆ ਸਕਦੇ ਆ बट
कोई होर चीज कोई होर वेरिएबल जिवें a या c या d b ਦੇ ਨਾਲ ਉਹ ਲੱਗਿਆ ਹੋਵੇ ਅਸੀਂ ਉਸ ਨੂੰ ਇਕੱਠਾ ਨਹੀਂ ਕਰ ਸਕਦੇ ਸੋ -2b b ਵਾਲੇ ਟਰਮਸ ਕਿਹੜੇ ਕਿਹੜੇ -2b दूसरी ਕਿਹੜੀ ਹੈ +b और एक होर की है +b एक ही ने देखो तिना थल्ले मैं इको जिहा साइन लगाता तो -2b +b फिर आ भी +b ये आपस ਦੇ ਵਿੱਚ एक साइड ਦੇ ਅਸੀਂ ਇਕੱਠੀਆਂ ਕਰ ਲਿਆ ਹੁਣ ਆਪਾਂ ਨੂੰ ਨਜ਼ਰ ਆ ਰਿਹਾ ਹੈ ਕਿ ਟੋਟਲ ਟਰਮ ਸੀਗੀਆਂ 1 2 3 4 5 6 7 8 9 9 ਚੋਂ 1 2 3 4 5 6 ਅਸੀਂ ਪਹਿਲਾਂ ਹੀ ਇਕੱਠੀਆਂ ਕਰ ਚੁੱਕੇ ਹਾਂ ਤਿੰਨ ਟਰਮਸ ਰਹਿ ਗਈਆਂ ਇੱਕ ਟਰਮ a ਪਈ ਹੈ -ab ਇੱਕ ਟਰਮ a ਪਈ ਹੈ -ab ਇਹ ਸਮਾਨ ਟਰਮਸ ਨੇ ਸਮਾਨ ਪਦ ਨੇ ਔਰ ਇੱਕ ਟਰਮ ਹੈ +3ab ਤਾਂ ਅਸੀਂ ਕੀ ਕਰਾਂਗੇ ਤਿੰਨਾਂ ਨੂੰ ਇਕੱਠਾ ਕਰਾਂਗੇ -ab AB ਨਾਲ ਲੱਗਿਆ ਹੋਇਆ ਨਾਲ ਵੀ ਮਾਈਨਸ ਦੇ ਨਾਲ ਔਰ ਇੱਥੇ ਕੀ ਹੈ +3 ਦੇ ਨਾਲ ਲੱਗਿਆ ਹੋਇਆ A ਇਹ ਆਪਸ ਦੇ ਵਿੱਚ ਅਸੀਂ ਇਕੱਠਾ ਕਰਾਂਗੇ ਹੁਣ ਅਸੀਂ ਕੀ ਕਰਨਾ ਹੈ ਇਹਨਾਂ ਤਿੰਨਾਂ ਨੂੰ ਆਪਸ ਸੋਲਵ ਕਰਾਂਗੇ ਇਹਨਾਂ ਤਿੰਨਾਂ ਨੂੰ ਅਸੀਂ ਆਪਸ ਸੋਲਵ ਕਰਾਂਗੇ ਔਰ ਇਹਨਾਂ ਤਿੰਨਾਂ ਨੂੰ ਅਸੀਂ ਆਪਸ ਚ ਸੋਲਵ ਕਰ ਦਾਂਗੇ ਤਾਂ 3a -a ਜੇਕਰ ਆਪਾਂ ਸਿੰਪਲੀ ਮੂੰਹ ਜ਼ਬਾਨੀ ਕਰੀਏ ਤਾਂ 3a ਚੋਂ 1a ਘਟਾਇਆ 2a 2a ਚੋਂ ਇੱਕ ਵਾਰੀ ਫੇਰ a ਘਟਾਇਆ 1a ਤਾਂ ਮੈਂ +1a ਲਿਖ ਸਕਦਾ ਬਟ ਕਈ ਵਾਰੀ ਇੱਥੇ ਗਲਤੀ ਹੋਣ ਦੇ ਚਾਂਸਸ ਨੇ ਤਾਂ ਮੈਂ ਕੀ ਕਰੂੰਗਾ 3a ਪਲੱਸ ਦਾ ਹੈ ਇਹਨੂੰ ਐਜ਼ ਇਟ ਇਜ਼ ਲਿਖ ਦੂੰਗਾ -a ਤੇ -a ਇਹ ਦੋਨੋਂ ਕੀ ਨੇ a ਦੇ ਅੱਗੇ ਇਹਨੂੰ ਮੈਂ ਲਿਖ ਸਕਦਾ -1a ਤੇ -1a ਐਕਚੁਅਲ ਚੇਂਜ ਕੱਲੇ -a -a ਨਹੀਂ -1a ਤੇ -1a ਨੇ ਇਹ ਇੱਕੋ ਜਿਹਾ ਟਰਮਸ ਨੇ ਤਾਂ ਆਪਸ ਵਿੱਚ ਜੁੜ ਜਾਣਗੇ ਦੋਨਾਂ ਦੇ ਨੈਗੇਟਿਵ ਲੱਗਿਆ ਹੋਇਆ ਤਾਂ ਆਪਸ ਵਿੱਚ ਜੁੜ ਜਾਣਗੇ a ਤੇ a ਕੀ ਹੁੰਦਾ 2a ਔਰ ਦੋਨਾਂ ਦੇ ਅੱਗੇ ਸਾਈਨ ਕਿਹੜਾ ਲੱਗੇਗਾ ਜਿਹੜਾ ਦੋਨਾਂ ਅੱਗੇ ਕਾਮਨ ਹੈ ਜੁੜ ਕੇ ਕਿਹੜਾ ਸਾਈਨ ਲੱਗੇਗਾ ਜਿਹੜਾ ਦੋਨਾਂ ਅੱਗੇ ਕਾਮਨ ਹੈ ਤਾਂ ਇਹ ਬਣੇਗਾ 3a - 2a ਐਵੇਂ -2b क्योंकि माइनस वाला कल्ला है इन्होंने एज इट इज रख लिया अब +b ਤੇ +b ਦੋ ਟਰਮ ਜਿਹੜੀਆਂ ਨੇ ਇੱਕੋ ਜਿਹੀਆਂ ਨੇ ਤਾਂ ਦੋਨਾਂ ਅੱਗੇ ਪਲੱਸ ਦਾ ਸਾਈਨ ਹੈ ਤਾਂ ਆਪਸ ਵਿੱਚ ਜੁੜ ਜਾਣਗੀਆਂ ਔਰ ਸਾਈਨ ਕਿਹੜਾ ਲੱਗੇਗਾ ਦੋਨਾਂ ਅੱਗੇ ਪਲੱਸ ਦਾ ਲੱਗੇਗਾ ਜਿਹੜਾ ਕਿ ਦੋਨਾਂ ਅੱਗੇ ਕਾਮਨ ਸਾਈਨ ਸੀਗਾ ਤਾਂ -2b + 2b then -ab -3ab देखो दो इको जियां ने दोनों के नेगेटिव का साइन लगे हुआ है तो ਅਸੀਂ ਲਿਖ ਸਕਦੇ ਹਾਂ दोनों आपस की होंगे इकट्ठियां हो जाएंगे बनेंगे 2ab और साइन लगे ਜਿਹੜਾ ਦੋਨਾਂ ਦੇ ਅੱਗੇ ਕਾਮਨ ਸੀ -2ab + 3ab ਤਾਂ 9 ਤੋਂ ਹੁਣ ਮੈਂ 6 ਟਰਮਸ ਬਣਾ ਲਈਆਂ ਇੱਕ ਪਲੱਸ ਦੀ ਇੱਕ ਮਾਈਨਸ ਦੀ ਇੱਕ ਮਾਈਨਸ ਦੀ ਇੱਕ ਪਲੱਸ ਦੀ ਇੱਕ ਮਾਈਨਸ ਦੀ ਇੱਕ ਪਲੱਸ ਦੀ ਔਰ ਇਹਨਾਂ ਨੂੰ ਅਸੀਂ ਆਪਸ ਦੇ ਵਿੱਚ ਹੁਣ ਸੋਲਵ ਕਰਾਂਗੇ 3a - 2a 3 ਚੋਂ 2 ਘਟਾਇਆ 1 ਤਾਂ 3a ਚੋਂ 2a ਘਟਾਏ 1a ਤਾਂ ਸਿੰਪਲ 1a ਨੂੰ ਮੈਂ ਲਿਖ ਸਕਦਾ a -2b + 2b ਇਹ ਆਪਸ ਵਿੱਚ ਖਤਮ ਹੋ ਗਈ ਕਟਿੰਗ ਹੋ ਗਈ ਇਹਨਾਂ ਦੀ -2ab + 3ab ਦੇਖੋ -2ab + 3ab दोनों सिमिलर टर्म्स में ता वड्डी टर्म हैगी 3ab छोटी टर्म हैगी 2ab वड्डी चो मैं छोटी घटाऊंगा क्योंकि दोनों आगे साइन अलग अलग ने ता ਅਸੀਂ ਕਰਾਂਗੇ ਘਟਾਵਾਂਗੇ ਵੱਡੀ ਚੋਂ ਛੋਟੀ ਘਟਾਈ 3 ਚੋਂ 2 ਘਟਾਇਆ 1ab ਮੈਂ 1ab ਲਿਖ ਸਕਦਾ ਜਾਂ ਸਿੰਪਲ ਇਸ ਨੂੰ ਮੈਂ ab ਵੀ ਲਿਖ ਸਕਦਾ ਤਾਂ +3ab ਚੋਂ 2ab ਘਟਾਇਆ 1ab ਬਚਿਆ ਔਰ ਸਾਈਨ ਕਿਹੜਾ ਲੱਗੂਗਾ ਜਿਹੜਾ ਵੱਡੀ ਟਰਮ ਦੇ ਅੱਗੇ +3ab 3 ਦੇ ਅੱਗੇ ਪਲੱਸ ਸੀ ਤਾਂ a + ab ਇਹ ਕੀ ਹੈ ਸਾਡਾ ਆਨਸਰ ਆ ਗਿਆ ਹੈ ਸੋ ਇਸ ਤੋਂ ਨੈਕਸਟ ਅਸੀਂ ਜੇ ਤੁਹਾਨੂੰ ਇੱਕ ਵਾਰੀ ਮੈਂ ਦੁਬਾਰਾ ਰਿਪੀਟ ਕਰਵਾ ਦਾਂ ਇਹ ਸਾਡੇ ਕੋਲ ਸਟੇਟਮੈਂਟ ਦਿੱਤੀ ਹੋਈ ਸੀ ਦੈਨ ਅਸੀਂ ਪਹਿਲਾਂ ਬ੍ਰੈਕਟ ਖੋਲੀ ਫਿਰ ਇੱਕੋ ਜਿਹੀਆਂ ਟਰਮਸ ਇਕੱਠੀਆਂ ਕੀਤੀਆਂ ਮਾਈਨਸ ਵਾਲੀਆਂ ਜਾਂ ਪਲੱਸ ਵਾਲੀਆਂ ਆਪਸ ਵਿੱਚ ਜੋੜੀਆਂ ਇਹ 9 ਟਰਮਸ ਤੋਂ ਮੈਂ 6 ਟਰਮਸ ਹੋਰ ਸਿੰਪਲੀਫਾਈ ਕਰ ਲਿਆ और उस तो बाद ਇਹਦਾ ਅਸੀਂ ਸੋਲੂਸ਼ਨ ਕੱਢ ਕੇ ਆਨਸਰ a + ab ਕੱਢ ਦਿੱਤਾ ਸੋ ਇਸ ਤੋਂ ਬਾਅਦ ਆਪਣਾ ਕੁਐਸਚਨ ਨੈਕਸਟ ਇਸ ਤੋਂ ਅਗਲਾ ਕਰਦੇ ਹਾਂ क्वेश्चन है फिफ्थ पार्ट 5x² y - 5x²
प्लस 3yx स्क्वायर माइनस 3y स्क्वायर प्लस एक्स स्क्वायर माइनस वाई स्क्वायर प्लस 8xy स्क्वायर माइनस 3y स्क्वायर। ਹੁਣ ऐसे क्वेश्चन च स्टूडेंट्स कई बार कंफ्यूज हो जाते हैं क्योंकि सानू सिमिलर ਜਿਹੜੀਆਂ ਟਰਮਸ ਨੇ ਜਾਂ ਸਮਾਨ ਪਦ ਨੇ ਉਹਨਾਂ ਨੂੰ ਸਾਨੂੰ ਲੱਭਣ 'ਚ ਪ੍ਰੋਬਲਮ ਆ ਜਾਂਦੀ ਕਿਉਂਕਿ ਹਰੇਕ ਨਾਲ ਹੀ x ਜਾਂ xy ਲੱਗਿਆ ਹੋਇਆ ਤਾਂ ਅਸੀਂ ਕੰਫਿਊਜ਼ ਹੋ ਜਾਂਦੇ ਹਾਂ। ਦੇਖੋ x ਦੀ ਪਾਵਰ 2 ਤੇ y ਐਸੀਆਂ ਟਰਮਸ ਅਸੀਂ ਪਹਿਲਾਂ ਲੱਭਾਂਗੇ। ਦੇਖੋ ਪਹਿਲੀ ਟਰਮ ਕੀ ਹੈ 5x ਸਕੁਅਰ y। ਇਸ ਦੇ ਵਿੱਚ 5 ਦੇ ਨਾਲ ਕੀ ਲੱਗਿਆ ਹੋਇਆ ਹੈ ਕਿਸੇ ਡਿਜਿਟ ਨਾਲ ਲੱਗਿਆ ਹੋਇਆ x ਦੀ ਪਾਵਰ 2 ਤੇ ਨਾਲ y। ਇਹ ਚੀਜ਼ ਆਪਾਂ ਲੱਭਣੀ ਕਿ x ਦੀ ਪਾਵਰ 2 ਤੇ y ਕਿੱਥੇ ਕਿੱਥੇ ਲੱਗਿਆ ਹੋਇਆ। ਇੱਥੇ ਕੱਲਾ x ਦੀ ਪਾਵਰ 2 ਲੱਗਿਆ ਹੋਇਆ ਸੋ ਇਹ ਟਰਮ ਆਪਾਂ ਨਹੀਂ ਲਵਾਂਗੇ ਹਲੇ। ਇੱਥੇ x ਦੀ ਪਾਵਰ 2 ਲੱਗਿਆ ਹੋਇਆ ਤੇ y ਲੱਗਿਆ ਹੋਇਆ। ਇਹ ਸਿਮਿਲਰ ਟਰਮ ਹੈ ਜੈਸੀ ਇਹ ਟਰਮ ਹੈ ਉसी ही ਇਹ ਟਰਮ ਹੈ ਬਟ ਕੀਤਾ ਕੀ ਹੋਇਆ ਇਸਨੇ ਇਹ y ਨੂੰ ਇੱਥੇ ਪਿੱਛੇ ਰੱਖਤਾ x ਸਕੁਅਰ ਨੂੰ ਅੱਗੇ ਰੱਖਤਾ। ਇੱਥੇ y ਨੂੰ ਇਹਨਾਂ ਨੇ ਇੱਧਰ ਰੱਖਤਾ ਔਰ x ਸਕੁਅਰ ਨੂੰ ਇੱਧਰ ਰੱਖਤਾ ਕੰਫਿਊਜ਼ ਕਰਨ ਲਈ। ਬਟ x ਸਕੁਅਰ ਤੇ yx ਸਕੁਅਰ ਇਹ ਦੋਨੋਂ ਇੱਕੋ ਹੀ ਚੀਜ਼ਾਂ ਹੁੰਦੀਆਂ ਨੇ ਇਹ ਅਸੀਂ ਯਾਦ ਰੱਖਣਾ ਹੈ। x ਸਕੁਅਰ ਨੂੰ ਭਾਵੇਂ y ਨਾਲ ਗੁਣਾ ਕਰੋ y ਨੂੰ ਭਾਵੇਂ x ਸਕੁਅਰ ਨਾਲ ਗੁਣਾ ਕਰੋ ਗੱਲ ਇੱਕੋ ਹੀ ਹੈ। ਇਹ ਉਵੇਂ ਹੀ ਹੈ ਜਿਵੇਂ 5 ਨੂੰ ਭਾਵੇਂ 4 ਨਾਲ ਗੁਣਾ ਕਰੋ ਤਾਂ ਵੀ ਆਨਸਰ 20 ਆਊਗਾ ਔਰ 4 ਨੂੰ ਭਾਵੇਂ 5 ਨਾਲ ਗੁਣਾ ਕਰੋ ਤਾਂ ਵੀ ਆਨਸਰ 20 ਆਊਗਾ। ਤਾਂ ਅਸੀਂ ਕਹਿ ਸਕਦੇ ਹਾਂ ਕਿ x ਦੀ ਪਾਵਰ 2 ਤੇ y ਇਹ ਸੇਮ ਹੈ ਔਰ x ਦੀ ਪਾਵਰ 2 y ਅੱਗੇ ਗੁਣਾ ਕੀਤਾ ਹੋਇਆ ਇਸ ਵਾਰੀ ਇਹ ਵੀ ਦੋਨੋਂ ਸੇਮ ਨੇ। ਇਸ ਤੋਂ ਬਾਅਦ ਐਸੀ ਇੱਕ ਹੋਰ ਅਸੀਂ ਟਰਮ ਲੱਭਦੇ ਹਾਂ ਜੇ ਹੈ ਤਾਂ x ਦੀ ਪਾਵਰ 2 ਸਾਨੂੰ ਚਾਹੀਦਾ x ਦੀ ਪਾਵਰ 2 ਤੇ y x ਦੀ ਪਾਵਰ 2 ਹੈ ਇਕੱਲਾ y ਦੀ ਪਾਵਰ 2 ਹੈ ਇਕੱਲਾ x ਦੀ ਪਾਵਰ 1 ਹੈ y ਦੀ ਪਾਵਰ 2 ਹੈ। ਇੱਥੇ ਫਿਰ ਕਨਫਿਊਜ਼ਨ ਸੀ ਇਹ ਵੀ ਨਹੀਂ ਹੈ ਔਰ ਇਹ ਵੀ ਨਹੀਂ ਹੈ ਤਾਂ ਇਟ ਮੀਨਸ ਆ ਪਹਿਲੀਆਂ ਦੋ ਟਰਮਸ ਇਸ ਨੂੰ ਅਸੀਂ ਇੱਥੇ ਲਿਖ ਦਿੰਦੇ ਹਾਂ 5x ਸਕੁਅਰ y ਪਲਸ 3 ਨੂੰ ਵੀ ਮੈਂ x ਸਕੁਅਰ y ਹੀ ਲਿਖ ਦਿੰਦਾ ਸੋ ਦੈਟ ਸਾਨੂੰ ਕਨਫਿਊਜ਼ਨ ਨਾ ਹੋਵੇ। ਤਾਂ 5x ਸਕੁਅਰ y plus 3x ਸਕੁਅਰ y मैं इसको लिख सकता है इससे कोई प्रॉब्लम नहीं है। देन अगली टर्म हम इथों स्टार्ट करते हैं x स्क्वायर वाली टर्म्स। देखो किसी कांस्टेंट दे नाल एक डिजिट दे नाल x स्क्वायर लगे हुआ है तो x स्क्वायर वाली टर्म्स पहली टर्म ये है एक आ पई है x स्क्वायर वाली टर्म और कोई टर्म नहीं है तो मैं लिखदा -5x स्क्वायर प्लस x स्क्वायर। देन आ टर्म साडी पहला होगी देखो टिक ਆਪਾਂ ਨੂੰ ਨੀਚੇ ਅੰਡਰਲਾਈਨ ਕਰਨ ਦਾ ਬੈਨੀਫਿਟ ਕੀ ਹੈ ਸਾਨੂੰ ਪਤਾ ਲੱਗ ਗਿਆ ਕਿ ਇਹ ਟਰਮ ਪਹਿਲਾਂ ਹੋ ਚੁੱਕੀ ਹੈ ਸਾਨੂੰ ਕਿਸੇ ਤਰੀਕੇ ਦਾ ਕੋਈ ਭੁਲੇਖਾ ਨਹੀਂ ਰਹੇਗਾ। -3y ਸਕੁਅਰ ਦੇਖੋ ਇਹ ਕੀ ਹੈ -3y ਸਕੁਅਰ ਇਹ ਟਰਮ ਐਸੀ ਟਰਮ -3y ਸਕੁਅਰ y ਸਕੁਅਰ ਨਾਲ ਲੱਗਿਆ ਹੋਇਆ ਤਾਂ ਇਹ ਆ ਗਿਆ ਇੱਕ ਆ ਪਈ ਹੈ y ਸਕੁਅਰ ਵਾਲੀ ਇੱਕ ਇਹ ਵੀ ਪਈ ਹੈ ਸਾਡੇ ਕੋਲ ਤਿੰਨ ਟਰਮਸ ਆ y ਸਕੁਅਰ ਵਾਲੀਆਂ ਤਾਂ ਅਸੀਂ ਲਿਖ ਸਕਦੇ ਹਾਂ -3y ਸਕੁਅਰ ਇਹ -y ਸਕੁਅਰ -3y ਸਕੁਅਰ और साडे कोल एक टर्म ये एक्स्ट्रा बच गई इसको मैं +8xy स्क्वायर ਨੂੰ ਐਜ਼ ਇਟ ਇਜ਼ ਲਿਖ ਦੇਣਾ। ਹੁਣ ਅਸੀਂ ਕੀ ਕਰਾਂਗੇ ਇਹਨਾਂ ਦੋਨਾਂ ਨੂੰ ਸੋਲਵ ਕਰਾਂਗੇ ਅਲੱਗ ਤੋਂ ਇਹ ਅਲੱਗ ਤੋਂ ਸੋਲਵ ਕਰਾਂਗੇ ਇਹਨਾਂ ਨੂੰ ਅਲੱਗ ਤੋਂ ਸੋਲਵ ਕਰਾਂਗੇ ਔਰ ਇਹ ਸਿੰਗਲ ਟਰਮ ਹੈ ਕੱਲ ਨਹੀਂ ਸੋਲਵਡ ਹੈ। ਤਾਂ 5x2y 3x2y 5 3 ਕੀ ਹੁੰਦਾ ਹੈ 8 ਤਾਂ 5x2y 3x2y ਕੀ ਹੁੰਦਾ ਹੈ 8x2y ਸਿੰਪਲ ਤੁਹਾਨੂੰ ਪਹਿਲਾਂ ਕਰਵਾ ਚੁੱਕੇ ਹਾਂ। -5x स्क्वायर प्लस x स्क्वायर -5x देखो -5x स्क्वायर प्लस 1x स्क्वायर x को मैं 1 लिख सकता तो -5 ਤੇ 1 प्लस 1 ਇਹ ਇਹਨਾਂ ਨੂੰ ਅਸੀਂ ਸੋਲਵ ਕਰਦੇ ਤਾਂ ਕੀ ਜਾਂਦਾ ਹੈ ਇੱਕ ਟਰਮ ਮਾਈਨਸ ਦੀ ਹੈ ਇੱਕ ਪਲੱਸ ਦੀ ਹੈ ਆਪਸ ਕੀ ਹੋਣਗੇ ਮਾਈਨਸ ਹੋਣਗੇ ਤਾਂ ਅਸੀਂ ਕੀ ਕਰਾਂਗੇ ਵੱਡੀ ਚੋਂ ਛੋਟੀ ਘਟਾਵਾਂਗੇ 5 ਚੋਂ 1 ਘਟਾਇਆ 4 ਤਾਂ ਸਾਈਨ ਕਿਹੜਾ ਹੋਊਗਾ ਜਿਹੜਾ ਵੱਡੀ ਅੱਗੇ ਹੈ ਤਾਂ -5 + 1 ਹੁੰਦਾ ਹੈ -4 -5 ਤੇ +1 ਜੇ -4 ਹੁੰਦਾ ਹੈ ਤਾਂ -5x ਸਕੁਅਰ + 1x ਸਕੁਅਰ ਕੀ ਹੋਊਗਾ -4x ਸਕੁਅਰ ਬਰਾਬਰ ਹੋਏਗਾ। ਐਵੇਂ ਆ ਤਿੰਨ ਟਰਮਸ ਹੈ ਤਿੰਨਾਂ ਦੇ ਅੱਗੇ ਸਾਈਨ ਸੇਮ ਹੈ -3y ਸਕੁਅਰ -1y ਸਕੁਅਰ -3y ਸਕੁਅਰ ਸਾਈਨ ਇੱਕੋ ਜਿਹਾ ਹੈ ਤਿੰਨਾਂ ਦੇ ਅੱਗੇ ਜਦੋਂ ਸਾਈਨ ਸੇਮ ਹੈ ਆਪਾਂ ਨੂੰ ਪਤਾ ਹੈ ਕਿ ਜੋ ਤਿੰਨਾਂ ਦੇ ਅੱਗੇ ਸਾਈਨ ਸੇਮ ਹੁੰਦਾ ਹੈ ਤਾਂ ਅਸੀਂ ਕੀ ਕਰਦੇ ਹਾਂ ਤਿੰਨਾਂ ਨੂੰ ਆਪਸ ਵਿੱਚ ਇਕੱਠਾ ਕਰਦੇ ਹਾਂ ਔਰ ਸਾਈਨ ਜਿਹੜਾ ਦੋ ਸਾਰੇ ਸਾਹਮਣੇ ਕਾਮਨ ਹੁੰਦਾ ਉਹੀ ਲਗਾ ਦਿੰਦੇ ਹਾਂ ਤਾਂ 3 + 1 4 4 ਤੇ 3 7 ਸਾਈਨ ਲੱਗੇਗਾ ਜਿਹੜਾ ਸਾਰਿਆਂ ਦੇ ਅੱਗੇ ਕਾਮਨ ਹੈ ਤਾਂ -7 ਨਾਲ ਕੀ ਲੱਗ ਜਾਏਗਾ
वाई स्क्वेयर तो असं लिखांगे -7 वाई स्क्वेयर प्लस 8 एक्स वाई स्क्वेयर। सो आई थिंक ਤੁਹਾਨੂੰ क्वेश्चन क्लियर हो गया। बड़ा सिंपल क्वेश्चन सी। ਅਸੀਂ ਇਸ ਦੇ ਵਿੱਚੋਂ ਪਹਿਲਾਂ ਕਾਮਨ ਟਰਮਸ ਜਿਹੜੀਆਂ ਨੇ ਉਹ ਸਮਾਨ ਪਦਾਂ ਅਸੀਂ ਇਕੱਠੇ ਕੀਤਾ ਔਰ ਦੈਨ ਉਹਨਾਂ ਨੂੰ ਅਸੀਂ ਆਪਸ ਦੇ ਵਿੱਚ ਸੋਲਵ ਕੀਤਾ ਔਰ ਇਸ ਅਕੋਰਡਿੰਗ ਸਾਡਾ ਇਹ ਆਨਸਰ 8x² y 4x² 7y² 8xy² ਆ ਗਿਆ। ਸੋ ਥੈਂਕ ਯੂ ਵੈਰੀ ਮਚ। ਬੜੇ ਆਰਾਮ ਨਾਲ ਤੁਸੀਂ ਇਹਨਾਂ ਕੁਐਸਚਨਸ ਨੂੰ ਆਪਣੇ ਘਰੇ ਕਰੋ, ਪੂਰੇ ਈਜ਼ੀਲੀ ਤੁਹਾਡੇ ਤੋਂ ਸੋਲਵ ਆਊਟ ਹੋ ਜਾਣਗੇ। ਥੈਂਕ ਯੂ।